ਕੀ ਤੁਸੀਂ ਐਕਸੀਡੈਂਟ ਦੇ ਕਾਰਨ ਪਰੇਸ਼ਾਨ ਹੋ? ਕਾਲ ਹਾਸ਼ਮੀ ਲਾਅ ਫਰਮ। ਇਹ ਪਰਸਨਲ ਇੰਜਰੀ ਅਤੇ ICPC ਕੇਸਿਸ ਦੇ ਮਾਹਰ ਹਨ। ਡਾਇਨਾਮਿਕ, ਤਜਰਬੇਕਾਰ ਅਤੇ ਪ੍ਰੋਫੈਸ਼ਨਲ ਲਾਇਰਸ ਦੀ ਟੀਮ ਨੂੰ ਅੱਜ ਹੀ ਫ੍ਰੀ ਕੰਸਲਟੇਸ਼ਨ ਲਈ ਕਾਲ ਕਰੋ 604 599 2900 ਤੇ। ਸਾਨੂੰ ਪਤਾ ਹੈ ਤੁਹਾਡੇ ਉੱਤੇ ਕੀ ਗੁਜ਼ਰ ਰਹੀ ਹੈ, ਅਸੀਂ ਤੁਹਾਡੇ ਨਾਲ ਹਾਂ। ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ? ਸਮਝ ਨਹੀਂ ਆਉਂਦਾ ਕੀ ਕਰੋ? ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ। ਜੇ ਤੁਸੀਂ ਇਸ ਮੁਸ਼ਕਿਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਘਟਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ। ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ। 1866790884 ਬਿਜ਼ਨਸ ਸੋਲੂਸ਼ਨਜ਼, ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ। ਚੌਥੀ ਲਾਅ ਜੋ ਆਨੰਦ ਕਾਰਜ ਦੇ ਸਮੇਂ ਪੜ੍ਹੀ ਜਾਂਦੀ ਜੀ, ਉਸ ਸੰਬੰਧ ਵਿੱਚ ਗਿਆਨੀ ਸਵਰਨ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਇਸ ਦੇ ਵਿੱਚ ਗੁਰੂ ਸਾਹਿਬ ਕੀ ਸਾਨੂੰ ਉਪਦੇਸ਼ ਕਰ ਰਹੇ ਨੇ। ਆਓ ਇਸ ਦਾ ਮੁੱਖ ਸਾਰ ਕੀ ਹੈ, ਇਸ ਦੇ ਬਾਰੇ ਗੱਲਬਾਤ ਕਰੀਏ ਤੇ ਨਾਲ ਹੀ ਜਿਹੜੀਆਂ 4 ਲਾਵਾਂ ਦੇ ਬਾਰੇ ਅਸੀਂ ਪਿਛਲੇ ਕੁਝ ਸਮੇਂ ਤੋਂ ਤੁਹਾਡੇ ਨਾਲ ਸਾਂਝ ਪਾ ਰਹੇ ਸਾਂ, ਉਸ ਵਿੱਚ ਮੂਲ ਸਿਧਾਂਤਕ ਤੌਰ ਉੱਤੇ ਕਿਸ ਤਰੀਕੇ ਨਾਲ ਅਸੀਂ ਇਸ ਚੀਜ਼ ਨੂੰ ਬੱਚਿਆਂ ਦੇ ਵਿੱਚ ਖਾਸ ਤੌਰ ਉੱਤੇ ਫੈਲਾ ਸਕਦੇ ਹਾਂ, ਇਸ ਦੇ ਬਾਰੇ ਗੱਲਬਾਤ ਕਰਦੇ ਹਾਂ। ਜੀ ਭਾਈ ਸਾਹਿਬ। ਹਾਂਜੀ, ਅਸੀਂ ਅਚੀਵਮੈਂਟ ਦੀ ਗੱਲ ਕਰਦੇ ਸੀ ਜੀ। ਜਦੋਂ ਸਿੱਖ ਜਿਹੜਾ ਹੈ ਉਹਦੇ ਅੰਦਰ ਰੱਬ ਤੱਕ ਮਿਲਾਪ ਦਾ ਜਦੋਂ ਅਵਸਥਾ ਪਹੁੰਚ ਜਾਂਦੀ ਆ ਤਾਂ ਉਹਦੇ ਵਿੱਚ ਰੱਬ ਵਰਗੇ ਗੁਣ ਪੈਦਾ ਹੋਣੇ ਸ਼ੁਰੂ ਹੁੰਦੇ ਨੇ। ਔਰ ਦੇਖੋ, ਜਿਹੜਾ ਆਮ ਜੀਵਨ ਬਤੀਤ ਕਰਨਾ ਹੋਵੇ ਜਾਂ ਗ੍ਰਸਤੀ ਜੀਵਨ ਬਤੀਤ ਕਰਨਾ ਹੋਵੇ, ਉਹਦੇ 'ਚ ਕੋਈ ਜਿਹੜੇ ਦੈਵੀ ਗੁਣ ਹੈਗੇ ਨਾ, ਉਹਨਾਂ ਦਾ ਹੋਣਾ ਨਿਹਾਇਤ ਜ਼ਰੂਰੀ ਹੈ। ਹੁਣ ਅਸੀਂ ਚੌਥੀ ਅਵਸਥਾ ਵਿੱਚ ਭਾਵੇਂ ਸਾਨੂੰ ਅਸੀਂ ਦੱਸਿਆ ਕਿ ਸਾਨੂੰ ਸਾਡਾ ਜਿਹੜਾ ਮੇਨ ਮੰਤਵ ਸੀ ਜਾਂ ਸਾਡਾ ਡੈਸਟੀਨੇਸ਼ਨ ਸੀ ਪੂਰਾ ਹੋ ਗਿਆ ਜਾਂ ਅਚੀਵਮੈਂਟ ਹੋ ਗਈ, ਲੇਕਿਨ ਇਹਦੇ ਵਿੱਚ ਵੀ ਦੇਖਣਾ ਅਚੀਵਮੈਂਟ ਪੂਰਾ ਕਰਨ ਵਾਲਿਆਂ ਕੋਲ ਕਿਹੜੇ ਗੁਣ ਹੋਣੇ ਚਾਹੀਦੇ ਆ। ਸਭ ਤੋਂ ਵੱਡਾ ਇੱਕ ਪੇਸ਼ੈਂਸ ਗੁਣ ਹੈਗਾ, ਧੀਰਜ। ਹੁਣ ਧੀਰਜ ਜਿਹੜਾ ਨਾ, ਇਹ ਸਿੱਖ ਲਈ ਬਹੁਤ ਹੀ ਮਹੱਤਵਪੂਰਨ ਰੱਖਦਾ, ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ। ਜਿਸ ਘਰ ਵਿੱਚ ਧੀਰਜ ਨਹੀਂ ਨਾ, ਮੈਂ ਇੱਕ ਵਾਰ ਮੈਨੂੰ ਪੁੱਛਿਆ ਕਿਸੇ ਨੇ ਕਿ ਸਭ ਤੋਂ ਵੱਡੀ ਖੁਸ਼ੀ ਕੀ ਹੈਗੀ ਆ, ਤਾਂ ਖੁਸ਼ੀ ਮੈਂ ਦੱਸਦਾ ਤੁਹਾਨੂੰ ਕੀ ਹੁੰਦੀ। ਉਹ ਸਭ ਤੋਂ ਖੁਸ਼ੀ ਇਹ ਹੁੰਦੀ ਆ ਕਿ ਗੁਰੂ ਨਾਨਕ ਦੇਵ ਜੀ ਨੇ ਆਖਿਆ, ਸਤਜੁਗ ਰਤ ਸੰਤੋਖ ਕਾ, ਧਰਮ ਅੱਗੇ ਰਥ ਵਾਓ। ਜਿਸ ਘਰ ਵਿੱਚ ਸਬਰ ਨਹੀਂ, ਜਿਸ ਮਨੁੱਖ ਦੇ ਅੰਦਰ ਸਬਰ ਨਹੀਂ, ਉਹ ਤਾਂ ਸਭ ਤੋਂ ਵੱਡਾ ਵਿਪਤਾ ਵਿੱਚ ਫਸਿਆ ਹੋਇਆ ਔਰ ਨਰਕ ਹੈਗਾ। ਸਤਜੁਗ ਰਤ ਸੰਤੋਖ ਕਾ, ਧਰਮ ਅੱਗੇ ਰਥ ਵਾਓ। ਸੋ ਇਸ ਕਰਕੇ ਜਿਸ ਬੀਬੀ ਦੇ ਅੰਦਰ ਸੰਤੋਖ ਨਹੀਂ, ਮੈਂ ਇੱਕ ਜ਼ਰੂਰ ਬੇਨਤੀ ਬੀਬੀਆਂ ਨੂੰ ਕਰਾਂਗਾ ਕਿ ਤੁਸੀਂ ਆਪਣੇ ਪਤੀ ਨੂੰ ਇਸ ਆਪਣੇ ਗੁਣ ਦੇ ਨਾਲ ਜਿੱਤ ਸਕਦੀਆਂ ਹੋ। ਕਿਉਂਕਿ ਜਿਸ ਤਰ੍ਹਾਂ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ, ਗੁਰੂ ਨਾਨਕ ਦੇਵ ਜੀ ਦੇ, ਉਹਨਾਂ ਨੇ ਆਖਿਆ ਕਿ ਜਾਏ ਪੁੱਛੇ ਸੁਹਾਗਣੀ, ਤੁਸੀਂ ਰਾਵਿਆ ਕਿਨੀ ਗੁਣੀ, ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ। ਹੁਣ ਮਾਂ ਦੇ ਅੰਦਰ, ਔਰਤ ਦੇ ਅੰਦਰ ਸਹਿਜ ਤੇ ਸੰਤੋਖ ਤੇ ਮਿੱਠਾ ਬੋਲਣ ਦੀ ਰੱਬ ਨੇ ਬਿਰਤੀ ਪੈਦਾ ਕੀਤੀ ਆ। ਪਰ ਮਾਫ ਕਰਨਾ, ਅਸੀਂ ਉਸੇ ਮਾਂ ਤੋਂ ਪੈਦਾ ਹੋਏ ਹਾਂ। ਉਸ ਮਾਂ ਦੇ ਵਿੱਚ ਜਿਹੜਾ ਗੁਣ ਹੈਗਾ ਉਹ ਅਸੀਂ ਗ੍ਰਹਿਣ ਵੀ ਕਰਨਾ ਹੈਗਾ। ਭਾਵ ਕਿ ਜੋ ਔਰਤ ਵਿੱਚ ਰੱਬ ਨੇ ਗੁਣ ਪੈਦਾ ਕੀਤੇ, ਮਰਦ ਨੇ ਵੀ ਗ੍ਰਹਿਣ ਕਰਨੇ, ਕਿਉਂਕਿ ਮਰਦ ਅੰਦਰ ਵੀ ਫੀਮੇਲ ਸੈਲਸ ਹੈਗੇ ਆ, ਔਰਤ ਦੇ ਅੰਦਰ ਵੀ ਮੇਲ ਸੈਲਸ ਹੁੰਦੇ ਹੈਗੇ ਆ, ਕਿਉਂਕਿ ਸਾਡਾ ਕੰਬੀਨੇਸ਼ਨ ਹੈਗਾ। ਅੱਛਾ, ਹੁਣ ਉਹਦੇ ਵਿੱਚ ਧੀਰਜ ਜਿਹੜਾ ਹੈਗਾ, ਇਹ ਔਰਤ ਵਾਸਤੇ ਇੱਕ ਐਗਜ਼ਾਮਪਲ ਪੈਦਾ ਕਰਨ ਲਈ ਬੜਾ ਜ਼ਰੂਰੀ ਹੈਗਾ। ਤੇ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਬੰਦੇ 'ਚ ਧੀਰਜ ਨਹੀਂ ਹੋਣਾ ਚਾਹੀਦਾ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਕਿ ਧੀਰਜ ਧਾਮ ਬਣਾਏ ਇਹ ਤਨ, ਬੁੱਧ ਸਿਓ ਦੀਪਕ ਜਿਉਂ ਉਜਿਆਰੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਜਿੰਨਾ ਚਿਰ ਮਨੁੱਖ ਦੇ ਅੰਦਰ ਧੀਰਜ ਹੈ, as long as you have the patience in your mind, your wisdom will continue to glow. ਜਦੋਂ ਤੁਹਾਡਾ ਧੀਰਜ ਮੁੱਕ ਜਾਏਗਾ, ਤੁਹਾਡੀ ਵਿਜ਼ਡਮ ਦੀ ਜਿਹੜੀ ਬੱਤੀ ਬੁੱਝ ਜਾਏਗੀ। ਤੇ ਸਿੱਖ ਦੀ ਬੱਤੀ ਤਾਂ ਹੀ ਜਗੇਗੀ ਜੇ ਉਹਦੇ ਅੰਦਰ ਧੀਰਜ ਕਾਇਮ ਹੈਗਾ। ਸੋ ਇਸ ਕਰਕੇ ਕਹਿੰਦੇ ਨੇ ਕਿ ਐ ਇਨਸਾਨ ਆਪਣੇ ਅੰਦਰ ਬੱਚਿਓ ਧੀਰਜ ਰੱਖਿਓ ਦੋਨੋਂ ਜਣੇ, ਇੱਕਦਮ ਡੋਂਟ ਲੂਜ਼ ਯੋਰ ਟੈਂਪਰ। ਕਿ ਆਪਨੇ ਉਸ ਨੂੰ ਕਦੇ ਵੀ ਨਹੀਂ ਗਵਾਉਣਾ। ਆਪ ਧੀਰਜ ਨਾਲ ਆਪਣੇ ਗੁੱਸੇ ਨੂੰ ਵਸ ਕਰ ਸਕਦੇ ਹੋ। ਔਰ ਗੁੱਸਾ ਇੱਕ ਐਸਾ ਉਜਾੜ ਹੈਗਾ, ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਕੰਚਨ ਸੁਹਾਗਾ ਟਾਲੇ। ਆਪ ਖੁਦ ਮਹਿਸੂਸ ਕਰ ਸਕਦੇ ਹੋ ਅਤੇ ਆਪਸ ਵਿੱਚ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ, ਇੱਕ ਦੂਸਰੇ ਨੂੰ ਸਮਝਣਾ ਚਾਹੀਦਾ ਹੈ, ਸਮਝੌਤਾ ਕਰਨਾ ਅਤੇ ਇੱਕ ਸਾਰ ਕਰਨਾ ਸਿੱਖ ਸਕਦੇ ਹੋ। ਇਹਨੂੰ ਅਸੀਂ ਕਹਿੰਦੇ ਐਡਜਸਟਮੈਂਟ ਐਂਡ ਕੰਪਰੋਮਾਈਜ਼। ਮਨੁੱਖੀ ਜੀਵਨ ਦਾ ਉਦੇਸ਼ ਰੱਬ ਦੇ ਗੁਣਾਂ ਨੂੰ ਅਪਣਾਉਣ ਦੁਆਰਾ ਪਰਮਾਤਮਾ ਨਾਲ ਇੱਕਮਿਕ ਹੋਣਾ ਹੈ। ਸਮਝ ਲਓ ਦੋਨੋਂ ਜਣੇ।
ਮਨੁੱਖੀ ਜੀਵਨ ਦਾ ਉਹ ਹਰ ਰੱਬ ਜਿਹੜਾ ਜਿਸ ਨੂੰ ਤੁਸੀਂ ਮਿਲਾਪ ਕਹਿੰਦੇ ਹੋ, ਤੁਹਾਨੂੰ ਰੱਬ ਬਾਬੇ ਨਾਨਕ ਨੇ ਦਿੱਤਾ, ਉਹ ਹਰ ਇੱਕ ਨੂੰ ਪਿਆਰ ਕਰਦਾ ਜੀ। ਹਰ ਇੱਕ ਨੂੰ। ਉਹ ਮਿਹਰਬਾਨ ਵੀ ਹੈਗਾ ਤੇ ਤੂੰ ਵੀ ਮਿਹਰਬਾਨ ਹੋਣਾ ਹੈ। ਜੋ ਉਹ ਹਰ ਇੱਕ ਨੂੰ ਪਿਆਰ ਕਰਦਾ, ਤੂੰ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਫਿਰ ਦੇਖੋ ਇੱਕ ਹੋਰ ਗੱਲ ਆ ਗਈ ਆ, ਉਹ ਸਮਾਨਤਾ ਇਕੁਐਲਿਟੀ, ਰੱਬ ਹਰ ਇੱਕ ਨਾਲ ਬਰਾਬਰਤਾ ਰੱਖਦਾ। ਜਿਸ ਤਰ੍ਹਾਂ ਸੂਰਜ ਹਰ ਇੱਕ ਨੂੰ ਧੁੱਪ ਇੱਕੋ ਜਿਹੀ ਦਿੰਦਾ, ਇਸ ਤਰ੍ਹਾਂ ਸਿੱਖ ਵੀ ਹਰ ਇੱਕ ਨੂੰ ਇੱਕੋ ਜਿਹਾ ਨਿੱਘ ਦੇਵੇ। ਔਰ ਫਿਰ ਵੇਖੋ ਉਹ ਜਿਹੜਾ ਪ੍ਰਮਾਤਮਾ ਜਿਹੜਾ ਸਾਨੂੰ ਬਾਬੇ ਨਾਨਕ ਨੇ ਦਿੱਤਾ, ਉਹ ਤਰਸ ਵੀ ਕਰਦਾ ਹੈ। ਤੇ ਤੂੰ ਵੀ ਪਤਨੀ ਤੇ ਵੀ ਤਰਸ ਕਰ ਜੇ ਉੱਚੇ ਕੋਈ ਅਵਗੁਣ ਹੈਗਾ ਜੀ, ਤੇ ਇਹ ਪਤਨੀ ਤੂੰ ਵੀ ਆਪਣੇ ਪਤੀ ਤੇ ਤਰਸ ਕਰ ਜੇ ਉਹ ਵੀ ਕਿਸੇ ਅਵਗੁਣ ਵਿੱਚ ਫਰਿਆ, ਉਹਨੂੰ ਤੂੰ ਲੋਕਾਂ ਵਿੱਚ ਡੌਂਡੀ ਨਾ ਪਟਾ। ਔਰ ਫਿਰ ਕੀ ਹੈ, ਨਿਆਂ ਕਰਨਾ, ਜਸਟਿਸ ਕਰਨਾ ਜੀ। ਤੁਹਾਨੂੰ ਇੱਕ ਔਰਤ ਮਿਲੀ ਹੈ ਕਿਸੇ ਘਰੋਂ, ਇਹ ਨਾ ਸਮਝ ਕੇ ਇਹ ਪਰਾਏ ਘਰ ਦੀ ਕੁੜੀ ਹੈਗੀ ਆ ਜੀ, ਉਹਨੂੰ ਓਪਰੀ ਨਾ ਸਮਝ, ਉਹਨੂੰ ਵੀ ਤੂੰ ਜਸਟਿਸ ਦੇ ਔਰ ਉਹਨੂੰ ਵੀ ਘਰ ਦਾ ਇੱਕ ਹਿੱਸੇਦਾਰ ਬਣਾ। ਇਹਨਾਂ ਦੇਸ਼ਾਂ ਦੇ ਵਿੱਚ ਤਾਂ ਭਾਵੇਂ ਬਣਾਉਣਾ ਹੀ ਪੈਂਦਾ ਬਾਈ ਲਾ, ਹੈ ਨਾ, ਲੇਕਿਨ ਦਿਲੋਂ ਬਣਾ ਕੇ ਉਹ ਵੀ ਇਸ ਘਰ ਦੀ ਮਾਲਕ ਹੈਗੀ ਆ, ਓਪਰੀ ਨਹੀਂ। ਫਿਰ ਇੱਕ ਸੇਵਾ ਕਰਨੀ ਸਿੱਖ, ਸਰਵਿਸ ਕਰਨੀ। ਫਿਰ ਆਗਿਆਕਾਰਤੀ ਜਿਹੜੀ ਆ, ਓਬੀਡੀਐਂਟ ਹੋਣਾ ਸਿੱਖ। ਤੇਰੇ ਗੁਰੂ ਨੇ, ਗੁਰੂ ਅੰਗਦ ਦੇਵ ਜੀ ਨੇ ਓਬੀਡੀਐਂਟ ਹੋਣਾ ਸਿਖਾਇਆ। ਔਰ ਫਿਰ ਕੁਰਬਾਨੀ ਦਾ ਵੀ ਜਜ਼ਬਾ ਦੋਨਾਂ 'ਚ ਹੋਵੇ, ਨਾ ਕਿ ਹਮੇਸ਼ਾ ਖੁਦਗਰਜ਼ੀ ਤੁਹਾਡੇ ਅੰਦਰ ਹੋਵੇ। ਆਪਨੇ ਆਪਣੇ ਜੀਵਨ 'ਚ ਅਨੁਸ਼ਾਸਨ ਅੰਦਰ ਰਹਿਣਾ, ਡਿਸਿਪਲਿਨ ਦੇ ਵਿੱਚ ਦੋਨਾਂ ਨੇ। ਰੂਹਾਨੀ ਗਿਆਨ ਨਾਲ ਆਪ ਨੇ ਤਨੋ ਮਨੋ ਇੱਕ ਦੂਜੇ ਦੇ ਭਰੋਸਾ ਵੀ ਕਰਨਾ ਹੈਗਾ, ਇਹ ਸਿੱਖਿਆ ਹੈਗੀ ਹੈ ਨਾ। ਅਤੇ ਆਪ ਨੇ ਜ਼ਰੂਰ ਹੀ ਨਿਮਰਤਾ ਦੇ ਧਾਰਨੀ ਹੋਣਾ। ਦੇਖੋ ਹਿਊਮਿਲਿਟੀ ਜਿਹੜੀ ਨਾ, ਇਹ ਇੱਕ ਬਹੁਤ ਵੱਡਾ ਗੁਣ ਹੈਗਾ। ਇਹ ਨਿਮਰਤਾ ਜਿਹੜੀ ਹੈ ਨਾ, ਇਹ ਦੋਨਾਂ ਵਿੱਚ ਹੀ ਹੋਣੀ ਚਾਹੀਦੀ। ਅਸੀਂ ਇਹ ਨਹੀਂ ਕਹਿੰਦੇ ਵੀ ਧੀਏ ਤੂੰ ਬਸ ਮਿੱਠਾ ਬੋਲੀ ਜਾਏ ਤੇ ਤੂੰ ਬੰਦਾ ਸ਼ਰਾਬ ਪੀ ਕੇ ਲੰਮਾ ਪਿਆ ਹੋਵੇ ਤਾਂ ਉਹਨੂੰ ਕਹੋ ਵੀ ਤੂੰ ਉਹਨੂੰ ਭਗਵਾਨ ਹੀ ਸਮਝੀ ਜਾ। ਨੋ 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 ਨੋ, ਉਹਨੂੰ ਭਗਵਾਨ ਵਰਗਾ ਬਣਨਾ ਚਾਹੀਦਾ। ਇੱਦਾਂ ਬੰਨਾ, ਦੇਖੋ ਰੱਬ ਜਿਹੜਾ ਉਹਨੂੰ ਮਿਲਣ ਦੀ ਲੋੜ ਨਹੀਂ ਸਾਨੂੰ ਜੀ। ਰੱਬ ਵਰਗੇ ਸਾਡੇ ਗੁਣ ਇੰਨੇ ਹੋ ਜਾਣ ਕਿ ਰੱਬ ਤੁਹਾਨੂੰ ਆ ਕੇ ਮਿਲਣ ਆ ਜਾਵੇ। ਬਿਲਕੁਲ ਜੀ। ਰਿਸਪੈਕਟ ਕੈਨੋਟ ਬੀ ਕਮਾਂਡਡ, ਇਟ ਹੈਜ਼ ਟੂ ਬੀ ਅਰਨਡ। ਉਹ ਵਾਲੀ ਜਿਹੜੀ ਗੱਲ ਹੈਗੀ ਉਹ ਸਿਧਾਂਤਕ ਤੌਰ ਤੇ ਗੁਰੂ ਸਾਹਿਬ ਜੋ ਕਹਿ ਰਹੇ ਨੇ ਕਿ ਇਹ ਸਾਰੇ ਵਰਚੂਜ਼ ਜਿਹੜੇ ਨੇ ਇਹਨਾਂ ਨੂੰ ਇੰਬਾਈਬ ਕਰੋ ਤੁਸੀਂ। ਹਾਂਜੀ, ਫਿਰ ਵਿਚਾਰੀ ਨਹੀਂ ਬਣਨਾ ਕਿਉਂਕਿ ਵਿਚਾਰੀ ਤਾਂ ਸਮਝਦੇ ਹੋ ਕਿ ਡੂ ਨਾਟ ਪਲੇ ਐਡਲਟਰੀ ਜੀ। ਇਹ ਅੱਜ ਦੇ ਜ਼ਮਾਨੇ 'ਚ ਬਹੁਤ ਵੱਡਾ ਖਤਰਨਾਕ ਇੱਕ ਰੂਪ ਧਾਰਨ ਕਰ ਰਿਹਾ। ਰਾਈਟ। ਔਰ ਵਿਚਾਰੀ ਹੋਣ ਦੇ ਨਾਲ ਗੁਰੂ ਗੋਬਿੰਦ ਸਿੰਘ ਨੇ ਕਿਹਾ, ਏਕਾ ਨਾਰੀ ਜਤੀ ਸਦਾਏ ਪਰ ਨਾਰੀ ਤੀ ਪੈਣ ਵਿਖਾਨੇ, ਨਿਜ ਨਾਰੀ ਕੇ ਸੰਗ ਨਿਹੋ ਤੋਂ ਨਿਤ ਬਢਈਓ ਪਰ ਨਾਰੀ ਕੀ ਸੇਜ ਪੂਰ ਸੁਪਨੇ ਹੂ ਨਾ ਜਈਓ। ਗੁਰੂ ਗੋਬਿੰਦ ਸਿੰਘ ਜੀ ਉਹ ਕਹਿੰਦੇ ਨੇ ਕਿ ਨਿਜ ਨਾਰੀ ਕੇ ਸੰਗ, ਅੱਜ ਤਾਂ ਮੇਰੀ ਵਹੁਟੀ ਬਹੁਤ ਸੋਹਣੀ ਹੈ, ਜਦੋਂ ਬਹੁਤ ਸੋਹਣੀ, ਉਹਦਾ ਰੰਗ ਰੂਪ ਬਹੁਤ ਚੰਗਾ, ਮੈਂ ਕਹਿੰਦਾ ਵੀ ਤੂੰ ਤਾਂ ਨਾ ਹੈਗੀ ਆ ਵਾਹ 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 ਵਾਹ, ਤੂੰ ਤਾਂ ਸੂਰਜਮੁਖੀ ਆ, ਤੇਰਾ ਤਾਂ ਰੰਗ ਸੂਰਜਮੁਖੀ ਵਰਗਾ। ਫਿਰ ਥੋੜਾ ਚਿਰ ਬਾਅਦ ਕਹਿੰਦੇ ਤੇਰਾ ਤਾਂ ਰੰਗ ਚੰਦਰਮੁਖੀ ਵਰਗਾ। ਜਦੋਂ ਇੱਕ ਦੋ ਬੱਚੇ ਹੋਏ ਹੁੰਦੇ, ਘਰ 'ਚ ਲੜਾਈ ਹੁੰਦੀ ਆ, ਫਿਰ ਕਹਿੰਦੇ ਨਹੀਂ ਤੂੰ ਤਾਂ ਹੁਣ ਜਵਾਲਾਮੁਖੀ ਬਣ ਗਈ। ਠੀਕ ਹੈ, ਹੈ ਨਾ। ਤਾਂ ਫਿਰ ਜਦੋਂ ਅਖੀਰਲੀ ਵਾਰਤਾ ਵਿੱਚ ਨਹੀਂ ਨਹੀਂ ਨਹੀਂ, ਨਾ ਤੂੰ ਜਵਾਲਾਮੁਖੀ, ਤੂੰ ਵੀ ਦੁਖੀ ਆ ਤੇ ਮੈਂ ਵੀ ਦੁਖੀ ਆ। ਸੋ ਇਸ ਕਰਕੇ ਇਹ ਹਾਲਾਤ ਬਦਲਣੇ ਨਹੀਂ ਚਾਹੀਦੇ। ਗੁਰੂ ਸਾਹਿਬ ਕਹਿੰਦੇ ਨੇ ਕਿ ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਵਢਈਓ। ਨਿਤ, ਅੱਜ ਤੋਂ ਸ਼ੁਰੂ ਕਰ ਉਹਦੇ ਨਾਲ ਪਿਆਰ, ਐਵਰੀ ਮੋਮੈਂਟ, ਔਰ ਮਰਦੇ ਦਮ ਤੱਕ ਉਹਦੇ ਨਾਲ ਪਿਆਰ ਕਰੀ ਜਾ। ਡਜ਼ਨਟ ਮੈਟਰ ਹਾਊ ਸ਼ੀ ਲੁਕਸ ਲਾਈਕ, ਕਿਉਂਕਿ ਬਿਊਟੀ ਅੱਜ ਦੀ ਨਾ ਤੇਰੇ ਤੇ ਰਹੇਗੀ ਨਾ ਤੇਰੇ ਰਹੇਗੀ। ਇਸ ਕਰਕੇ ਔਰਤ ਨੂੰ ਇੱਕ ਆਤਮਾ ਸਮਝ ਕੇ ਪਤਨੀ ਨੂੰ ਉਹਦੇ ਨਾਲ ਤੂੰ ਪਿਆਰ ਕਰ। ਇਹ ਦੇਖੋ ਇੱਕ ਹੋਰ ਗੱਲ ਵਾ ਕਿ ਨੇਕ ਨੀਅਤੀ, ਓਨੈਸਟ ਰਹਿਣਾ ਜੀ, ਕਦੇ ਵੀ ਇੱਕ ਦੂਜੇ ਨੂੰ ਭੰਡਣਾ ਨਹੀਂ ਹੈਗਾ। ਇਹ ਖਾਸ ਤੌਰ ਤੇ ਰੱਖਣੀ ਹੈ। ਥੋੜਾ ਸੌਵੋ ਤੇ ਥੋੜਾ ਹੀ ਖਾਵੋ, ਕਿਉਂਕਿ ਹਉ ਤਿਸ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਹਉ ਤਿਸ ਘੋਲ ਕਮਾਇਆ ਗੁਰਮਤਿ ਹਿਰਦੇ ਗਰੀਬੀ ਆਵੇ। ਹਉ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਹਉ ਤਿਸ ਘੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਹਉ ਤਿਸ ਘੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਹਉ ਤਿਸ ਘੋਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ। ਦੇ ਆਰ ਵੈਰੀ ਵੰਡਰਫੁਲ ਐਂਡ ਡਿਵਾਈਨ ਐਂਡ ਗੋਲਡਨ ਰੂਲਸ। ਔਰ ਬਹੁਤ ਅਜਿਹਾ ਕਰਨ ਨਾਲ, ਇਹ ਅਸੂਲ ਕਰਨ ਨਾਲ, ਇਹ ਸਿੱਖਿਆ ਯਾਦ ਰੱਖੋ, ਗੁਰੂ ਜੀ ਆਪ ਨੂੰ ਬਹੁਤ ਮਜ਼ਬੂਤ ਤੇ ਸਿਹਤਮੰਦ ਰੱਖਣਗੇ। ਇਟਸ ਗਰੰਟੀਡ। ਔਰ ਫਿਰ ਕਹਿੰਦੇ ਗੁਰੂ ਸਾਹਿਬ ਦੇ ਉਪਦੇਸ਼ਾਂ ਦਾ ਮਾਰਗ ਅਪਣਾਉਣਾ, ਜੇਕਰ ਆਪ ਇਹਨਾਂ ਵਿਚਾਰਾਂ ਦੇ ਸਿਧਾਂਤਾਂ ਨੂੰ ਅਪਣਾਉਂਦੇ ਹੋ ਤਾਂ ਗੁਰੂ ਪਾਤਸ਼ਾਹ ਆਪ ਨੂੰ ਜੀਵਨ ਵਿੱਚ ਸਦਾ ਦੀ ਪ੍ਰਸੰਨਤਾ ਦੀ ਗਰੰਟੀ ਦਿੰਦੇ ਨੇ ਜੀ। ਔਰ ਕਹਿੰਦੇ ਨੇ ਆਪ, ਨਾਨਕ ਐਸਾ ਸਤਿਗੁਰੂ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਤੂੰ ਆਜ਼ਾਦ ਰਹੇਗਾ। ਮਨ, ਸਰੀਰ, ਆਤਮਾ,
ਪੱਖੋਂ ਤੂੰ ਤੇਰੇ ਲਈ ਸਿਹਤਮੰਦ ਹੋਣਾ ਬੜਾ ਹੀ ਜ਼ਰੂਰੀ ਹੈ ਔਰ ਜਦ ਤੱਕ ਹੱਸਦਿਆਂ ਖੇਡਦਿਆਂ ਪਹਿਨਦਿਆਂ ਖਾਂਦਿਆਂ ਆਪ ਇਸ ਇੱਛਾਵਾਂ ਵਾਲੇ ਜੀਵਨ ਤੋਂ ਆਜ਼ਾਦੀ ਪ੍ਰਾਪਤ ਕਰ ਸਕਦੇ। ਬਿਲਕੁਲ। ਸੋ ਇਹ ਦੇਖੋ ਕਿੰਨੀਆਂ ਵਰਚੂਜ਼ ਦੀ ਗੱਲ ਜਿਹੜੀ ਕੀਤੀ ਗਈ ਆਨੰਦ ਕਾਰਜ ਦੇ ਜਿਹੜੀਆਂ ਲਾਵਾਂ ਦੇ ਵਿੱਚ ਇਹ ਦੱਸੀ ਜਾਂਦੀ ਹੈ ਜੀ। ਇਸ ਦੇ ਨਾਲ ਹੀ ਜਿਹੜਾ ਪਿਛਲੀ ਵਾਰੀ ਅਸੀਂ ਇੱਕ ਐਪੀਸੋਡ ਕੀਤਾ ਸੀ ਉਸ ਤੋਂ ਬਾਅਦ ਸਾਨੂੰ ਕੁਝ ਫੋਨ ਕਾਲਸ ਵੀ ਆਏ ਤੇ ਬੱਚਿਆਂ ਨੇ ਇਹ ਸਵਾਲ ਉਠਾਇਆ ਜਿਹਦੇ ਬਾਰੇ ਮੈਂ ਚਾਹਾਂਗਾ ਜ਼ਰੂਰ ਐਡਰੈਸ ਕਰੋ ਕਿ ਉਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਸੀ, ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਸੀ ਕਿ ਅੱਜ ਅਸੀਂ ਵੱਖਰੇ ਵੱਖਰੇ ਧਰਮਾਂ ਦੇ ਜਿਹੜੇ ਰਸਮ ਨੇ ਉਹਨਾਂ ਨੂੰ ਆਪਣੇ ਧਰਮ ਵਿੱਚ ਲੈ ਆਂਦਾ। ਇਹ ਅਜੇ ਤਾਂ ਮੁੱਕਿਆ ਨਹੀਂ, ਆਨੰਦ ਕਾਰਜ ਤੋਂ ਬਾਅਦ ਅਜੇ ਹੋਰ ਬਹੁਤ ਕੁਝ ਹੁੰਦਾ ਹੈ, ਰਿਸੈਪਸ਼ਨ ਵੀ ਹੁੰਦੀ ਹੈ, ਹੋਰ ਵੀ ਬਹੁਤ ਸਾਰੇ ਫੰਕਸ਼ਨਸ ਹੁੰਦੇ ਨੇ। ਸੋ ਉਹਨਾਂ ਦਾ ਇਹ ਕਹਿਣਾ ਪੁੱਛਣਾ ਸੀ ਕਿ ਸੈਲੀਬ੍ਰੇਟ ਕਰਨਾ ਇੱਕ ਜੋਇਸ ਓਕੇਜ਼ਨ ਨੂੰ ਇਸ ਵਿੱਚ ਖੁਸ਼ੀ ਜੇ ਮਨਾ ਲੈਣੀ ਕੁਝ ਹੋਰ ਕਰਕੇ, ਤਾਂ ਉਹਦੇ ਨਾਲ ਕਿਉਂ ਤੁਸੀਂ ਸਮਝਦੇ ਹੋ ਕਿ ਠੀਕ ਨਹੀਂ? ਤੇ ਖਾਸ ਤੌਰ ਦੇ ਉੱਤੇ ਜਿਹੜਾ ਆਨੰਦ ਕਾਰਜ ਦੇ ਸਮੇਂ ਜਦੋਂ ਅਸੀਂ ਆਨੰਦ ਕਾਰਜ ਨੂੰ ਸਿਰਫ ਅੱਧੇ ਘੰਟੇ ਦੀ ਇੱਕ ਰਸਮ ਬਣਾ ਕੇ ਇਹ ਕਰਦੇ ਹਾਂ ਕਿ ਕਿਰਤੀ ਪੂਰੀ ਹੋਵੇ, ਗਏ ਫਟਾਫਟ 4 ਫੇਰੇ ਲਏ ਤੇ ਉਸ ਤੋਂ ਬਾਅਦ ਬਾਹਰ ਆ ਗਏ, ਇਹਨੂੰ ਕਿਵੇਂ ਦ੍ਰਿੜ ਕਰਾਇਆ ਜਾ ਸਕਦਾ ਹੈਗਾ ਕਿ ਇਹ ਘਰ ਘਰ 'ਚ ਗੱਲ ਪਹੁੰਚੇ ਤੇ ਇਸ ਚੀਜ਼ ਦੇ ਉੱਤੇ ਲੋਕ ਜਿਹੜੇ ਨੇ ਚੱਲਣਾ ਸ਼ੁਰੂ ਕਰਨ? ਵੇਖੋ, ਪਹਿਲੀ ਤਾਂ ਗੱਲ ਹੈ ਕਿ ਬੰਦੇ ਨੂੰ ਪਤਾ ਹੋਵੇ ਖੁਸ਼ੀ ਕੀ ਹੁੰਦੀ ਹੈ। ਜੀ। ਖੁਸ਼ੀ ਹੁੰਦੀ ਹੈ ਆਤਮਿਕ ਖੁਸ਼ੀ ਜਿਹਨੂੰ ਕਹਿ ਸਕਦੇ। ਮਨ ਦੀ ਖੁਸ਼ੀ ਜਿਹੜੀ ਨਾ ਉਹ ਸਿਰਫ ਟੈਂਪਰੇਰੀ ਹੁੰਦੀ ਹੈ। ਜੀ। ਜਿਸ ਤਰ੍ਹਾਂ ਸਾਡੇ ਕਹਿੰਦੇ ਨਾ ਨੱਚਣ ਕੁੱਦਣ ਮਨ ਕਾ ਚਾਓ, ਪਰ ਉਹ ਮਨ ਕਾ ਚਾਓ ਕਿਆ ਨਾਨਕ ਜੀ ਨਹੀਂ ਮਨ ਪਾਓ ਤੇ ਨਾ ਮਨ ਪਾਓ, ਇਹ ਨਹੀਂ ਅਗਲੀ ਤੁਕ ਨਹੀਂ ਪੜਦੇ। ਨੱਚਣ ਕੁੱਦਣ ਮਨ ਕਾ ਚਾਓ। ਕੀ ਸਾਨੂੰ ਗੁਰੂ ਸਾਹਿਬ ਜੀ ਨੇ ਮਨ ਦੇ ਚਾਅ ਤੱਕ ਸੀਮਤ ਰੱਖਿਆ? ਨਹੀਂ, ਸਾਨੂੰ ਉਹ ਖੁਸ਼ੀ ਚਾਹੀਦੀ ਆ ਜਿਹਦੇ ਵਿੱਚ ਸਾਨੂੰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਨੈ ਨਿਦਿਆ ਨੈ ਉਸਤਤ ਜਾ ਕੇ ਲੋ ਮੋ ਅਭਵਾਨਾ। ਦੇਖੋ ਮੇਰੇ ਸਤਿਗੁਰੂ ਸਾਹਿਬਾਨ ਨੇ ਆਨੰਦ ਕਾਰਜ ਕੀਤੇ ਨੇ, ਬੀਬੀ ਵੀਰੋ ਦਾ ਆਨੰਦ ਕਾਰਜ ਹੋਇਆ ਤੇ ਇਸੇ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਔਰ ਬਾਕੀ ਗੁਰੂਆਂ ਨੇ ਵੀ ਆਨੰਦ ਕਾਰਜ ਆਪਣੀਆਂ ਬੱਚੀਆਂ ਦੇ ਕੀਤੇ, ਬੱਚਿਆਂ ਦੇ ਵੀ ਕੀਤੇ, ਲੇਕਿਨ ਉਹਨਾਂ ਨੇ ਭੰਗੜੇ ਤੇ ਨਹੀਂ ਪਾਏ, ਉਹਨਾਂ ਰਿਸੈਪਸ਼ਨ ਪਾਰਟੀ ਤੇ ਨਹੀਂ ਕੀਤੀ। ਜੇ ਸਾਡੇ ਵੇਲੇ ਰਿਸੈਪਸ਼ਨ ਪਾਰਟੀ ਨਹੀਂ ਸੀ, ਸਾਡੇ ਵੇਲੇ ਭੰਗੜੇ ਨਹੀਂ ਸੀ ਪੈਂਦੇ, ਸਾਡੇ ਵੇਲੇ ਸ਼ਰਾਬ ਨਹੀਂ ਸੀ ਪੀਂਦੇ, ਕੀ ਅਸੀਂ ਖੁਸ਼ ਨਹੀਂ ਸੀ ਵਿਆਹ ਕਰਾ ਕੇ? ਵਿਆਹ ਦੀ ਖੁਸ਼ੀ ਤਾਂ ਤੁਹਾਡੀ ਉਧਰ ਸ਼ੁਰੂ ਹੁੰਦੀ ਹੈ, ਤਾਂ ਜਿੱਦਣ ਤੁਸੀਂ ਬਹੁਤ ਹੀ ਜ਼ਿਆਦਾ ਖੁਸ਼ੀ ਕਰ ਲਓ ਤਾਂ ਫਿਰ ਉਸ ਤੋਂ ਬਾਅਦ ਯਾਦ ਰੱਖੋ ਉਹਦੇ ਨੇੜੇ ਹੀ ਤੁਹਾਡਾ, ਅੱਜ ਤੁਸੀਂ ਟੱਪਦੇ ਹੋ ਕੱਲ ਨੂੰ ਪਿੱਟੋਗੇ ਵੀ। ਸੋ ਇਸ ਕਰਕੇ ਸਿੱਖ ਨੂੰ ਹਮੇਸ਼ਾ ਇਹ ਜਿਹੜੀ ਦੁਨਿਆਵੀ ਖੁਸ਼ੀ ਆ ਉਹ ਤੇ ਕੰਟਰੋਲ ਰੱਖਣਾ ਚਾਹੀਦਾ ਹੈ। ਸਹਿਜ ਅਵਸਥਾ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸਹਿਜ ਅਵਸਥਾ ਦੀ। ਪਰ ਮੈਂ ਵੀ ਕਹਾਂਗਾ ਇਸ ਖੁਸ਼ੀ ਨੂੰ ਹੋਰ ਤਰੀਕੇ ਨਾਲ ਵੀ ਮਾਣਿਆ ਜਾ ਸਕਦਾ। ਤੁਸੀਂ ਦੇਖੋ, ਤੁਹਾਡੇ ਘਰ ਪੁੱਤਰ ਜੰਮਿਆ ਤਾਂ ਤੁਸੀਂ ਜਾ ਕੇ ਹਾਲ ਬੁੱਕ ਕਰ ਲਿਆ, ਸ਼ਰਾਬਾਂ ਪਿਲਾ ਲਈਆਂ, ਪਾਰਟੀ ਕਰ ਲਈ, ਬੱਲੇ ਬੱਲੇ ਤੁਹਾਡੀ ਹੋ ਗਈ ਨਾ। ਲੇਕਿਨ ਜੇ ਤੁਹਾਡਾ ਕੱਲ ਰੱਬ ਨਾ ਕਰੇ ਬੱਚਾ ਬਿਮਾਰ ਹੋ ਜਾਏ, ਔਰ ਸ਼ਰਾਬੀ ਨੂੰ ਸੱਦੋਗੇ ਅਰਦਾਸ ਕਰਨ ਲਈ? ਨਹੀਂ, ਉਹ ਨਹੀਂ ਆਉਣਗੇ ਨਹੀਂ ਅਬਲਾ ਤਾਂ ਉਹ। ਜੇ ਸੱਦੋਗੇ ਤਾਂ ਵੀ ਨਹੀਂ ਆਉਣਗੇ, ਉਹ ਕਹਿੰਦੇ ਸਾਡਾ ਇੱਥੇ ਕੀ ਕੰਮ। ਸੋ ਇਸ ਕਰਕੇ ਆਪਾਂ ਇਹ ਵੇਖਣਾ ਹੈਗਾ ਕਿ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਇਹਨਾਂ ਦੇ ਰਹਿ ਕੇ ਖੁਸ਼ੀ ਕਰਦੇ ਆ, ਉਹ ਤੁਹਾਡੇ ਸਾਥੀ ਨਹੀਂ ਹੈਗੇ। ਅੱਛਾ, ਹੁਣ ਮੈਂ ਇਹ ਕਹਿਣਾ ਹੈਗਾ ਕਿ ਖੁਸ਼ੀ ਜਿਹੜੀ ਤੁਸੀਂ ਕਰਨੀ ਹੈ ਨਾ, ਉਹ ਇਸ ਤਰ੍ਹਾਂ ਦੀ ਕਰੋ ਕਿ ਜਿਸ ਤਰ੍ਹਾਂ ਕਹਿ ਲਓ ਵੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ, ਗੁਰੂ ਅਰਜਨ ਦੇਵ ਜੀ ਨੇ ਬਾਣੀ ਵਿੱਚ ਸਿੱਖ ਨੂੰ ਇੱਕ ਸਿੱਖਿਆ ਦਿੱਤੀ ਹੈ। ਉਹ ਕਹਿੰਦੇ ਸਤਿਗੁਰ ਸਾਚੇ ਦੀਆ ਭੇਜ। ਉਹਨਾਂ ਨੇ ਇਹ ਨਹੀਂ ਕਿਹਾ ਮੇਰੇ ਘਰ ਪੁੱਤਰ ਆਇਆ, ਉਹਨਾਂ ਨੇ ਕਿਹਾ ਸਤਿਗੁਰ ਨੇ ਮੇਰੇ ਘਰ ਭੇਜਿਆ ਜੀਵ ਆਤਮਾ। ਰਾਈਟ। ਸੋ ਸਰੈਂਡਰ ਕਰਕੇ ਉਸ ਚੀਜ਼ ਨੂੰ ਐਕਸੈਪਟ ਕਰਕੇ ਉਹ ਖੁਸ਼ੀ ਮਾਨੋ, ਨਾ ਕਿ ਇਹ ਜਿਹੜੀਆਂ ਦੁਨਿਆਵੀਆਂ ਰਸਮਾਂ ਨਾਲ ਤੁਸੀਂ ਸਮਝਦੇ ਹੋ ਕਿ ਤੁਸੀਂ ਆਪਣੀ ਖੁਸ਼ੀ ਨੂੰ ਉਜਾਗਰ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਇੱਥੇ ਆ ਕੇ ਸਾਂਝ ਪਾਉਣ ਲਈ। ਇਹਨਾਂ ਵਿਸ਼ਿਆਂ ਦੇ ਉੱਤੇ ਆ ਕੇ ਜਿਹੜੀ ਤੁਸੀਂ ਪਿਛਲੇ ਸਮੇਂ ਦੇ ਦੌਰਾਨ ਸਾਂਝ ਪਾਈਏ, ਆਸ ਕਰਨੇ ਕਿ ਇਸ ਤੋਂ ਜ਼ਰੂਰ ਕੋਈ ਨਾ ਕੋਈ ਸੇਧ ਮਿਲੇਗੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਜੋ ਤੁਸੀਂ ਸੁਣਿਆ ਜੀ, ਗਿਆਨੀ ਸਵਰਨ ਸਿੰਘ ਜੀ ਨੂੰ, ਇਹਨਾਂ ਨੇ ਤੁਹਾਨੂੰ ਦੱਸਿਆ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਆ ਕੇ ਇੱਥੇ ਜੋ ਸਾਂਝ ਪਾਈ ਆਨੰਦ ਕਾਰਜ ਦੇ ਕਨਸੈਪਟ ਬਾਰੇ, ਇਸ ਬਾਰੇ ਤੁਹਾਡੇ ਕੋਲ ਕੋਈ ਵੀ ਸਵਾਲ ਹੋਏ ਤਾਂ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਸਾਡੇ ਨਾਲ। ਵੇਖਦੇ ਰਹਿਣਾ ਦਾ ਹਰਪ੍ਰੀਤ ਸਿੰਘ ਸ਼ੋ। ਇਸ ਬ੍ਰੇਕ ਤੋਂ ਬਾਅਦ, ਕਿਉਂਕਿ ਤਨਾਜ਼ ਟਰੂਥ ਟਾਕ ਦੇ ਵਿੱਚ ਇੱਕ ਅਹਿਮ ਪਰਸਨੈਲਿਟੀ ਦੀ ਤੁਹਾਡੇ ਨਾਲ ਮੀਟਿੰਗ ਕਰਵਾਈ ਜਾਏਗੀ ਇਸ ਬ੍ਰੇਕ ਤੋਂ ਬਾਅਦ।